ਹੈਲੋ ਸਟੂਡੈਂਟਸ, ਅੱਜ ਅਸੀਂ ਜਿਹੜਾ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਉਹ ਟੌਪਿਕ ਹੈ ਟਾਰਕ ਕਨਵਰਟਰ। ਕਿਉਂਕਿ ਲਾਸਟ ਅਸੀਂ ਜਿਹੜੇ ਦੋ ਟੌਪਿਕ ਕੀਤੇ ਸਲਾਈਡਿੰਗ ਮੈਸ਼ ਅਤੇ ਕੌਨਸਟੈਂਟ ਮੈਸ਼, ਜੇ ਅੱਜ ਅਸੀਂ ਸਿੰਕਰੋ ਮੈਸ਼ ਕਰ ਦਿੰਦੇ ਹਾਂ ਨਾ ਤੁਹਾਨੂੰ ਸਮਝ ਨਹੀਂ ਲੱਗਣੀ, ਸਭ ਕੁਝ ਮਿਕਸਅਪ ਹੋ ਜਾਣਾ ਸਲਾਈਡਿੰਗ ਕੌਨਸਟੈਂਟ ਸਿੰਕਰੋ ਮੈਸ਼। ਇਸ ਕਰਕੇ ਮੈਂ ਇੱਕ ਦਿਨ ਦੀ ਬ੍ਰੇਕ ਲੈ ਰਿਹਾ। ਅੱਜ ਮੈਂ ਤੁਹਾਨੂੰ ਜਿਹੜਾ ਟੌਪਿਕ ਕਰਾ ਰਿਹਾ ਉਹ ਟਾਰਕ ਕਨਵਰਟਰ ਹੈ। ਟਾਰਕ ਕਨਵਰਟਰ ਇੱਕ ਤਰ੍ਹਾਂ ਦਾ ਗੇਅਰ ਬਾਕਸ ਹੀ ਹੈ ਜਿਹੜਾ ਅਸੀਂ ਯੂਜ਼ ਕਰਦੇ ਹਾਂ ਗੱਡੀਆਂ ਦੇ ਵਿੱਚ। ਸਪੈਸ਼ਲ ਕਈ ਗੱਡੀਆਂ 'ਚ ਯੂਜ਼ ਕੀਤਾ ਜਾਂਦਾ, ਸਾਰੀਆਂ ਗੱਡੀਆਂ 'ਚ ਟਾਰਕ ਕਨਵਰਟਰ ਯੂਜ਼ ਨਹੀਂ ਹੁੰਦਾ। ਟਾਰਕ ਕਨਵਰਟਰ ਹੈ ਕਿ ਜਿਹੜਾ ਤੁਸੀਂ ਫਲੂਇਡ ਫਲਾਈ ਵੀਲ ਪੜ੍ਹਿਆ ਸੀਗਾ, ਕੁਛ ਇਸ ਤਰ੍ਹਾਂ ਦਾ ਹੀ ਹੈ ਟਾਰਕ ਕਨਵਰਟਰ। ਕੀ ਕਹਿੰਦੇ ਹੋ ਟਾਰਕ ਕਨਵਰਟਰ ਦੇ ਵਿੱਚ? ਟਾਰਕ ਕਨਵਰਟਰ ਇਜ਼ ਸਮਵਟ ਸਿਮਿਲਰ ਟੂ ਦੀ ਫਲੂਇਡ ਫਲਾਈ ਵੀਲ ਮੈਂਸ਼ਨਡ ਇਨ ਦੀ ਕਲਚ ਚੈਪਟਰ। ਕਲਚ ਚੈਪਟਰ ਦੇ ਵਿੱਚ ਜਿਹੜਾ ਅਸੀਂ ਟੌਪਿਕ ਪੜ੍ਹਿਆ ਸੀਗਾ ਫਲੂਇਡ ਫਲਾਈ ਵੀਲ, ਕਹਿੰਦੇ ਕੁਛ ਉਹਦੇ ਤਰ੍ਹਾਂ ਦਾ ਹੀ ਹੈ ਟਾਰਕ ਕਨਵਰਟਰ। ਜਿੱਦਾਂ ਅਸੀਂ ਇੰਪੈਲਰ ਸੀਗਾ, ਇੱਕ ਇੰਪੈਲਰ ਦੇ ਨਾਲ ਇੱਕ ਰੋਟੇਟਰ ਸੀਗਾ, ਠੀਕ ਹੈ, ਉਹ ਅਸੀਂ ਸਟੱਡੀ ਕੀਤਾ ਸੀਗਾ ਫਲੂਇਡ ਫਲਾਈ ਵੀਲ ਦੇ ਵਿੱਚ। ਜਦੋਂ ਅਸੀਂ ਟਾਰਕ ਕਨਵਰਟਰ ਪੜ੍ਹਾਂਗੇ ਤੁਹਾਨੂੰ ਯਾਦ ਆ ਜਾਏਗਾ ਫਲੂਇਡ ਫਲਾਈ ਵੀਲ ਵੀ ਫਲੂਇਡ ਫਲਾਈ ਵੀਲ ਕੀ ਸੀਗਾ। ਕੀ ਕਹਿੰਦੇ ਇਹਦੇ 'ਚ? ਦੀ ਫਲੂਇਡ ਫਲਾਈ ਵੀਲ ਟਰਾਂਸਮਿਟ ਦੀ ਸੇਮ ਟਾਰਕ ਐਜ਼ ਪ੍ਰੋਵਾਈਡਡ ਬਾਈ ਦੀ ਕਰੈਂਕ ਸ਼ਾਫਟ। ਕਹਿੰਦੇ ਜਿਹੜਾ ਫਲੂਇਡ ਫਲਾਈ ਵੀਲ ਸੀਗਾ ਨਾ, ਉਹ ਕੀ ਕਰਦਾ ਸੀਗਾ ਵੀ ਜਿੰਨੀ ਟਾਰਕ ਇੰਜਨ ਪੈਦਾ ਕਰਦਾ ਸੀਗਾ ਜਾਂ ਕਰੈਂਕ ਸ਼ਾਫਟ ਉਹਨੂੰ ਜਿੰਨੀ ਟਾਰਕ ਦਿੰਦੀ ਸੀਗੀ, ਉਸ ਓਨੀ ਦੀ ਓਨੀ ਟਾਰਕ ਨੂੰ ਅੱਗੇ ਟਰਾਂਸਮਿਟ ਕਰ ਦਿੰਦਾ ਸੀਗਾ। ਠੀਕ ਹੈ ਜੀ, ਇਹ ਕੰਮ ਸੀਗਾ ਫਲੂਇਡ ਫਲਾਈ ਵੀਲ ਦਾ। ਫਲੂਇਡ ਫਲਾਈ ਵੀਲ ਕੀ ਕਰਦਾ ਸੀਗਾ, ਜਿੰਨੀ ਟਾਰਕ ਇੰਜਨ ਨੇ ਪੈਦਾ ਕੀਤੀ, ਜਿੰਨੀ ਟਾਰਕ ਕਰੈਂਕ ਸ਼ਾਫਟ 'ਤੇ ਆਈ, ਓਨੀ ਟਾਰਕ ਜਿਹੜੀ ਸੀਗੀ ਉਹ ਅੱਗੇ ਟਰਾਂਸਮਿਟ ਕਰਤੀ। ਪਰ ਟਾਰਕ ਕਨਵਰਟਰ ਕੀ ਕਰਦਾ? ਟਾਰਕ ਕਨਵਰਟਰ ਗਿਵਸ ਮੋਰ ਟਾਰਕ ਐਟ ਇਟਸ ਆਊਟਪੁੱਟ ਸ਼ਾਫਟ। ਟਾਰਕ ਕਨਵਰਟਰ ਕੀ ਕਰਦਾ ਹੈ, ਜ਼ਿਆਦਾ ਜਿਹੜਾ ਟਾਰਕ ਹੈ ਉਹਨੂੰ ਮਲਟੀਪਲਾਈ ਕਰਕੇ ਅੱਗੇ ਭੇਜਦਾ। ਠੀਕ ਹੈ, ਫਲੂਇਡ ਫਲਾਈ ਵੀਲ ਦਾ ਕੰਮ ਸੀਗਾ ਸਿਰਫ ਅਤੇ ਸਿਰਫ ਜਿੰਨੀ ਟਾਰਕ ਆਈ ਕਰੈਂਕ ਸ਼ਾਫਟ 'ਤੇ ਓਨੀ ਟਾਰਕ ਨੂੰ ਅੱਗੇ ਭੇਜਿਆ। ਅਤੇ ਦੂਜੇ ਸਾਈਡ 'ਤੇ ਆਪਾਂ ਜੇ ਟਾਰਕ ਕਨਵਰਟਰ ਦੀ ਗੱਲ ਕਰਦੇ ਹਾਂ, ਟਾਰਕ ਕਨਵਰਟਰ ਕੀ ਕਰਦਾ, ਜਿਹੜੀ ਟਾਰਕ ਪੈਦਾ ਹੋਈ ਉਹਨੂੰ ਮਲਟੀਪਲਾਈ ਕਰਕੇ ਉਹਨੂੰ ਵਧਾ ਕੇ ਅੱਗੇ ਭੇਜਦਾ। ਠੀਕ ਹੈ, ਦਿਸ ਟਾਰਕ ਮਲਟੀਪਲੀਕੇਸ਼ਨ ਕੈਨ ਬੀ ਅਪ ਟੂ 3 ਟਾਈਮਸ। ਜਿਹੜਾ ਟਾਰਕ ਕਨਵਰਟਰ ਹੈ ਇਹ 3 ਗੁਣਾ ਤੱਕ ਟਾਰਕ ਮਲਟੀਪਲੀਕੇਸ਼ਨ ਹੈ ਜਿਹੜੀ ਉਹ ਕਰ ਸਕਦਾ ਹੈ। ਵੀ ਮਤਲਬ ਮੰਨ ਲਓ ਜੇ 100 ਨਿਊਟਨ ਮੀਟਰ ਟਾਰਕ ਇੰਜਨ ਨੇ ਪੈਦਾ ਕੀਤੀ ਅਤੇ ਇਹ ਉਹਨੂੰ ਵਧਾ ਕੇ 300 ਨਿਊਟਨ ਮੀਟਰ ਤੱਕ ਟਾਰਕ ਅੱਗੇ ਭੇਜ ਸਕਦਾ ਹੈ। ਦਸ ਇਟ ਸਰਵਸ ਦੀ ਪਰਪਸ ਆਫ ਗੇਅਰ ਬਾਕਸ। ਇਸ ਤਰ੍ਹਾਂ ਜਿਹੜਾ ਟਾਰਕ ਕਨਵਰਟਰ ਹੈ ਇਹ ਕਾਹਦਾ ਕੰਮ ਕਰਦਾ ਹੈ? ਇਹ ਇੱਕ ਤਰ੍ਹਾਂ ਗੇਅਰ ਬਾਕਸ ਦਾ ਕੰਮ ਕਰਦਾ ਹੈ। ਵਿਚ ਪ੍ਰੋਵਾਈਡਸ ਹਾਇਰ ਟਾਰਕ ਐਟ ਸਟਾਰਟਿੰਗ, ਯਾਨੀ ਕਿ ਲੋ ਗੇਅਰ, ਜਿਹੜਾ ਕਿ ਸਾਨੂੰ ਸਟਾਰਟਿੰਗ 'ਤੇ ਹਾਈ ਟਾਰਕ ਪ੍ਰੋਵਾਈਡ ਕਰਦਾ ਹੈ। ਜਿੱਦਾਂ ਜਿੱਦਾਂ ਅਸੀਂ ਹਾਇਰ ਗੇਅਰ ਵੱਲ ਮੂਵ ਕਰਦੇ ਜਾਂਦੇ ਹਾਂ ਟਾਰਕ ਦੀ ਵੈਲਿਊ ਘਟਦੀ ਜਾਂਦੀ ਹੈ ਅਤੇ ਪਾਵਰ ਜਿਹੜੀ ਉਹ ਵੱਧਦੀ ਜਾਂਦੀ ਹੈ। ਸੋ ਇਟ ਇਜ਼ ਯੂਜ਼ਡ ਇਨ ਦੀ ਪਲੇਸ ਆਫ ਗੇਅਰ ਬਾਕਸ। ਇਸ ਕਰਕੇ ਇਹਨੂੰ ਅਸੀਂ ਗੇਅਰ ਬਾਕਸ ਦੀ ਪਲੇਸ 'ਤੇ ਯੂਜ਼ ਕਰਦੇ ਹਾਂ। ਜਿਹੜਾ ਫਲੂਇਡ ਫਲਾਈ ਵੀਲ ਸੀਗਾ ਉਹਨੂੰ ਅਸੀਂ ਯੂਜ਼ ਕਰਦੇ ਪਏ ਸੀਗੇ ਕਲੱਚ ਦੀ ਜਗ੍ਹਾ 'ਤੇ। ਹੁਣ ਯਾਦ ਰੱਖਿਓ ਵੀ ਜਿਹੜਾ ਫਲੂਇਡ ਫਲਾਈ ਵੀਲ ਸੀਗਾ ਉਹਨੂੰ ਅਸੀਂ ਕਲੱਚ ਦੀ ਜਗ੍ਹਾ 'ਤੇ ਯੂਜ਼ ਕਰਦੇ ਪਏ ਸੀਗੇ। ਜਿਹੜਾ ਟਾਰਕ ਕਨਵਰਟਰ ਹੈ ਉਹਨੂੰ ਅਸੀਂ ਗੇਅਰ ਬਾਕਸ ਦੀ ਜਗ੍ਹਾ 'ਤੇ ਯੂਜ਼ ਕਰਦੇ ਪਏ ਹਾਂ। ਉਹਨੂੰ ਅਸੀਂ ਕਲੱਚ ਦੀ ਜਗ੍ਹਾ 'ਤੇ ਯੂਜ਼ ਕਿਉਂ ਕੀਤਾ? ਕਿਉਂਕਿ ਉਹ ਪਾਵਰ ਨੂੰ ਟਾਰਕ ਨੂੰ ਮਲਟੀਪਲਾਈ ਨਹੀਂ ਕਰਦਾ। ਜਿੰਨੀ ਟਾਰਕ ਪੈਦਾ ਹੋਈ ਓਨੀ ਟਾਰਕ ਹੀ ਅੱਗੇ ਭੇਜ ਦਿੱਤੀ। ਬਟ ਜਿਹੜਾ ਟਾਰਕ ਕਨਵਰਟਰ ਹੈ ਇਹ ਕੀ ਕਰਦਾ ਪਿਆ, 3 ਗੁਣਾ ਤੱਕ ਪਾਵਰ ਨੂੰ ਮਲਟੀਪਲਾਈ ਕਰਕੇ ਫਿਰ ਅੱਗੇ ਭੇਜਦਾ ਪਿਆ। ਇਸ ਕਰਕੇ ਗੇਅਰ ਬਾਕਸ ਦਾ ਕੰਮ ਵੀ ਇਹੀ ਹੈ ਵੀ ਜਿਹੜੀ ਇੰਜਨ ਨੇ ਪਾਵਰ ਪੈਦਾ ਕੀਤੀ ਜਾਂ ਟਾਰਕ ਪੈਦਾ ਕੀਤੀ ਉਹਨੂੰ ਘਟਾਉਣਾ ਜਾਂ ਵਧਾਉਣਾ। ਉੱਦਾਂ ਹੀ ਟਾਰਕ ਕਨਵਰਟਰ ਦਾ ਕੰਮ ਵੀ ਇਹੀ ਹੋ ਗਿਆ ਵੀ ਜਿਹੜੀ ਇੰਜਨ ਨੇ ਪਾਵਰ ਪੈਦਾ ਕੀਤੀ ਉਹਨੂੰ ਵਧਾ ਕੇ ਅੱਗੇ ਭੇਜਣਾ। ਇਸ ਕਰਕੇ ਅਸੀਂ ਟਾਰਕ ਕਨਵਰਟਰ ਦਾ ਜਿਹੜਾ ਇਸਤੇਮਾਲ ਹੈ ਉਹ ਕਾਹਦੇ ਲਈ ਕਰਦੇ ਪਏ ਹਾਂ? ਟਾਰਕ ਕਨਵਰਟਰ ਦਾ ਇਸਤੇਮਾਲ ਅਸੀਂ ਕਰਦੇ ਪਏ ਹਾਂ ਗੇਅਰ ਬਾਕਸ ਦੀ ਜਗ੍ਹਾ 'ਤੇ, ਗੇਅਰ ਬਾਕਸ ਦੀ ਥਾਂ 'ਤੇ। ਠੀਕ ਹੈ, ਫਲੂਇਡ ਫਲਾਈ ਵੀਲ ਦਾ ਇਸਤੇਮਾਲ ਹੁੰਦਾ ਸੀਗਾ ਕਲੱਚ ਦੀ ਜਗ੍ਹਾ 'ਤੇ। ਹੁਣ ਆਪਾਂ ਕੰਸਟਰਕਸ਼ਨ ਦੀ ਗੱਲ ਕਰਦੇ ਹਾਂ। ਇਹ ਟਾਰਕ ਕਨਵਰਟਰ ਕੰਸਿਸਟ ਆਫ ਮੇਨਲੀ 3 ਕੰਪੋਨੈਂਟਸ। ਇੱਕ ਟਾਰਕ ਕਨਵਰਟਰ ਦੇ ਵਿੱਚ 3 ਮੇਨ ਕੰਪੋਨੈਂਟਸ ਜਿਹੜੇ ਨੇ ਉਹ ਜ਼ਰੂਰ ਹੋਣਗੇ। ਨੰਬਰ 1 ਜਿਹਨੂੰ ਅਸੀਂ ਕਹਿੰਦੇ ਹਾਂ ਡਰਾਈਵਿੰਗ ਮੈਂਬਰ ਜਾਂ ਇੰਪੈਲਰ। ਪਹਿਲਾ ਪਾਰਟ ਹੈ ਜੀ ਡਰਾਈਵਿੰਗ ਮੈਂਬਰ ਜਾਂ ਇੰਪੈਲਰ। ਦੂਜਾ ਪਾਰਟ ਹੈ ਜੀ ਡਰਿਵਨ ਮੈਂਬਰ ਜਾਂ ਟਰਬਾਈਨ।
दूजा आ गया ड्रिवन मैंबर या फिर टरबाइन, तो तीजा की आ गया फिक्सड मैंबर या फिर स्टेटर। तीन मैंबर उन्होंने कह दिते, एक ड्राइविंग, एक ड्रिवन, एक फिक्सड। ड्राइविंग वाले नूं असीं कहने आ इंपैलर, ड्रिवन वाले नूं असीं कहने आ टरबाइन, फिक्सड वाले नूं असीं कहने आ स्टेटर। ਜਦੋਂ ਤੁਸੀਂ ਫਲੂਇਡ ਫਲਾਈਵੀਲ ਪੜ੍ਹਿਆ ਸੀਗਾ ਔਰ ਉਹ ਤੁਸੀਂ ਪਹਿਲੇ ਦੋ ਤੇ ਪੜ੍ਹੇ ਸੀਗੇ, ਇੰਪੈਲਰ ਤੇ ਟਰਬਾਈਨ ਤਾਂ ਪੜ੍ਹੇ ਸੀਗੇ ਬਟ ਸਟੇਟਰ ਨਹੀਂ ਸੀ ਪੜ੍ਹਿਆ। ਠੀਕ ਹੈ ਜੀ, ਹੁਣ ਅਸੀਂ ਸਟੇਟਰ ਬਾਰੇ ਵੀ ਨਾਲ ਗੱਲ ਕਰਾਂਗੇ, ਯਾਨੀ ਕਿ ਫਿਕਸਡ ਮੈਂਬਰ ਬਾਰੇ ਵੀ ਗੱਲ ਕਰਾਂਗੇ। ਡਰਾਈਵਿੰਗ ਤੇ ਡਰਿਵਨ ਤੁਸੀਂ ਪਹਿਲੇ ਪੜ੍ਹ ਚੁੱਕੇ ਸੀਗੇ, ਇੰਪੈਲਰ ਤੇ ਟਰਬਾਈਨ। ਹੁਣ ਅਸੀਂ ਸਟੇਟਰ ਬਾਰੇ ਗੱਲ ਕਰਦੇ ਹਾਂ। ਲੋ ਜੀ, ਇਹ ਜੀ ਟਾਰਕ ਕਨਵਰਟਰ ਦੇਖਣ ਦੇ ਵਿੱਚ ਕੁਛ ਉੱਦਾਂ ਹੀ ਜਿੱਦਾਂ ਆਪਾਂ ਫਲੂਇਡ ਫਲਾਈਵੀਲ ਦੇਖਿਆ ਸੀਗਾ, ਇੱਕ ਇੰਪੈਲਰ, ਇੱਕ ਟਰਬਾਈਨ, क्रैंकशाफ्ट अंदर वाला जो पार्ट लगा वो स्टेटर। क्रैंकशाफ्ट तो एक शाफ्ट निकलती पई है, एक आउटपुट शाफ्ट है। जी क्रैंकशाफ्ट तो आती पई है वो इनपुट शाफ्ट है, जी ट्रांसमिशन वाल जाती पई है वो आउटपुट शाफ्ट है। ए रही आउटपुट शाफ्ट जी ट्रांसमिशन वाल जाती पई है, ए रही इनपुट शाफ्ट जी क्रैंकशाफ्ट है। नीचे स्टेटर लगाता उन्होंने जो फिक्सड मैंबर है, एक इंपैलर तो दूजे पासे टरबाइन। टरबाइन इधर आ गया, इंपैलर लैफ्ट साइड से आ गया। यह रहा जी तुहाडा टॉर्क कन्वर्टर। फिगर शोज ए सिंपलीफाइड डायग्राम ऑफ ए टॉर्क कन्वर्टर। जिहड़ा फिगर च तुसीं डायग्राम देखिया वो एक सिंपलीफाइड डायग्राम सीगा। काहदा सिंपलीफाइड डायग्राम सीगा? वो एक सिंपलीफाइड डायग्राम सीगा टॉर्क कन्वर्टर दा। दी इंपैलर इज़ कनैक्टेड विद द इनपुट शाफ्ट। जिहड़ा इंपैलर सीगा उहनूं किहदे नाल कनैक्ट किया गया? उहनूं कनैक्ट किया गया इनपुट शाफ्ट दे नाल। ठीक है जी, इनपुट शाफ्ट किहड़ी है? क्रैंक शाफ्ट। इंपैलर नूं क्रैंक शाफ्ट नाल कनैक्ट किया गया, यानी कि इनपुट शाफ्ट नाल कनैक्ट किया गया। तो जी टरबाइन है, टरबाइन नूं किहदे नाल कनैक्ट किया गया? टरबाइन नूं कनैक्ट किया गया आउटपुट शाफ्ट के नाल। आउटपुट शाफ्ट किहड़ी है? इंपैलर शाफ्ट। एक टरबाइन शाफ्ट है वो इनपुट शाफ्ट, एक आउटपुट शाफ्ट है वो इंपैलर शाफ्ट है। दोनों अलग अलग ने, कन्फ्यूज़ नहीं होना। टरबाइन पार्ट जिहड़ा है उन्हें इनपुट नाल जुड़ना जे, तो जिहड़ा दूसरा पार्ट है जिहड़ा आउटपुट शाफ्ट है वो इंपैलर के नाल जुड़ना है। दी स्टेटर इज़ ए फिक्सड मैंबर। स्टेटर एक इदा का पार्ट है, एक इदा का मैंबर है जिहड़ा एक जगह पर फिक्स है एंड इज़ माउंटेड ऑन दी फ्रेम, तो उन्होंने फ्रेम के उपर माउंट किया गया। स्टेटर ने घूमना नहीं, टरबाइन घूमेगी, इंपैलर घूमेगा, ड्राइविंग मैंबर घूमेगा, ड्रिवन मैंबर घूमेगा। जिहड़ा स्टेटर है वो फिक्सड मैंबर है, उन्हें नहीं घूमना। ठीक है जी, की कहते हो? दी स्टेटर इज़ ए फिक्सड मैंबर एंड इज़ माउंटेड ऑन दी फ्रेम। स्टेटर जिहड़ा वो एक फिक्सड मैंबर है तो उन्होंने फ्रेम के उपर माउंट किया गया। दी कंप्लीट यूनिट इज़ सील्ड। यह जिहड़ा पूरा यूनिट है यह पूरी तरह सील्ड है। तो इनू फिल किहदे नाल कीता गया? इनू फिल किया गया मिनरल ऑयल दे नाल, किसी ऑयल दे नाल फिल किया गया, विच वर्कस एज पावर ट्रांसफरिंग मीडिया। जिहदा काम की है? पावर ट्रांसफर करना। जिहड़ा तेल आपां विच यूज़ करते पे हाँ उन्हें ही पावर ट्रांसफर करानी है, क्योंकि टरबाइन घूमेगी। टरबाइन घूमन के नाल जिहड़ा तेल टरबाइन के कॉन्टैक्ट च आएगा वो स्ट्राइक करेगा इंपैलर ते। जदों वो इंपैलर ते स्ट्राइक करेगा तो उहदे नाल इंपैलर घूमेगा, इंपैलर घूमेगा तो साडी आउटपुट शाफ्ट जिहड़ी है वो घूमेगी। इस तरह साडा जिहड़ा काम अपना टॉर्क कन्वर्टर है वो काम करेगा। टॉर्क कन्वर्टर एक बार दोबारा देख लो। इधर वाला पार्ट टरबाइन, इधर इंपैलर, विचकार जिहड़ा स्टेशनरी पार्ट आ गया वो स्टेटर। यह देखो इन्होंने लिखा ना टरबाइन, इत्थे लैफ्ट साइड वाला पार्ट जिहड़ा वो टरबाइन है, राइट साइड वाला जिहड़ा पार्ट है वो इंपैलर है। ठीक है, बाहर जिहड़ा कवर है उन्होंने कहता सी टॉर्क कन्वर्टर हाउसिंग। विचकार जिहड़ा पार्ट आ गया उन्होंने असीं कहता स्टेटर। तो एक इनपुट शाफ्ट है इंपैलर अपने टॉर्क कन्वर्टर की, एक आउटपुट शाफ्ट है। ठीक है जी, हुण की कहते हो अगों वर्किंग। हुण वर्किंग की गल करते हैं। वर्किंग च की कहते हैं? इट्स वर्किंग इज़ नोट सिमिलर टू फ्लूइड फ्लाईवील। कहते यदी वर्किंग उदा नहीं है जिदा फ्लूइड फ्लाईवील की सी, यदी वर्किंग अलग है। देखने नूं सेम है, कंस्ट्रक्शन च सेम है, बट वर्किंग जिहड़ी है वो अलग है। वैन दी इनपुट शाफ्ट स्टार्ट टू रोटेट, जदों इनपुट शाफ्ट जिहड़ी है वो रोटेट करना स्टार्ट करेगी, दी ऑयल इन दी इंपैलर इज़ थ्रोन आउटसाइड ड्यू टू सेंट्रीफ्यूगल फोर्स। जदों इनपुट शाफ्ट रोटेट करना स्टार्ट करेगी, जिहड़ा इंपैलर दे विच ऑयल है उन्नू बाहर नूं सट्टेगी, ऑयल नूं बाहर सट्टन की कोशिश करेगी ड्यू टू सेंट्रीफ्यूगल फोर्स। सेंट्रीफ्यूगल फोर्स के कारण
ਜਿਹੜਾ ਆਇਲ ਹੈ ਉਹਨੂੰ ਬਾਹਰ ਸੱਟਣ ਦੀ ਕੋਸ਼ਿਸ਼ ਕਰੂਗੀ। ਦਿਸ ਆਇਲ ਹੈਵਿੰਗ ਕਿਨੈਟਿਕ ਐਨਰਜੀ ਐਂਟਰਸ ਦੀ ਟਰਬਾਈਨ ਬਲੇਡਸ ਐਂਡ ਫੋਰਸ ਡੈਮ ਟੂ ਰੋਟੇਟ। ਇਹ ਜਿਹੜਾ ਆਇਲ ਹੈ ਇਹਦੇ 'ਚ ਕਿਨੈਟਿਕ ਐਨਰਜੀ ਹੋਏਗੀ। ਉਹ ਕਿਨੈਟਿਕ ਐਨਰਜੀ ਕਿੱਦਾਂ ਪੈਦਾ ਹੋਏਗੀ? ਕਿਉਂਕਿ ਇਹਨੇ ਜਦੋਂ ਟਰਬਾਈਨ ਨੂੰ ਟੱਚ ਕਰਨਾ ਹੈ ਤੇ ਟਰਬਾਈਨ ਨੇ ਘੁੰਮਣਾ ਹੈ। ਟਰਬਾਈਨ ਨੇ ਘੁੰਮ ਕੇ ਕੀ ਕਰਨਾ ਹੈ? ਇਹਨੂੰ ਕਿਨੈਟਿਕ ਐਨਰਜੀ ਪ੍ਰੋਵਾਈਡ ਕਰਨੀ ਹੈ। ਠੀਕ ਹੈ, ਜਦੋਂ ਉਸ ਆਇਲ ਨੂੰ ਕਿਨੈਟਿਕ ਐਨਰਜੀ ਮਿਲੇਗੀ ਆਇਲ ਬਾਹਰ ਜਾਣ ਦੀ ਕੋਸ਼ਿਸ਼ ਕਰੇਗਾ। ਠੀਕ ਹੈ, ਬਾਹਰ ਬਲੇਡਸ ਦੇ ਰਾਹੀਂ ਬਾਹਰ ਜਾਣ ਦੀ ਕੋਸ਼ਿਸ਼ ਕਰੇਗਾ। ਵੈਨ ਏ ਸਰਟਨ ਲੈਵਲ ਆਫ ਪ੍ਰੈਸ਼ਰ ਔਨ ਦੀ ਟਰਬਾਈਨ ਬਲੇਡਸ ਇਜ਼ ਰੀਚਡ ਇਟ ਸਟਾਰਟਸ ਟੂ ਰੋਟੇਟ ਐਂਡ ਵਹੀਕਲ ਸਟਾਰਟਸ ਮੂਵਿੰਗ। ਕਹਿੰਦੇ ਜਦੋਂ ਇੱਕ ਸਰਟਨ ਲੈਵਲ ਪ੍ਰੈਸ਼ਰ ਦਾ ਬਣ ਗਿਆ, ਮਤਲਬ ਇੱਕ ਸਪੀਡ 'ਤੇ ਸਾਡਾ ਇੰਜਨ ਚੱਲਣ ਲੱਗ ਪਿਆ, ਉਦੋਂ ਕੀ ਹੋਣਾ ਹੈ? ਤੇਲ ਦੇ ਜਿਹੜਾ ਤੇਲ ਅੰਦਰ ਹੈ ਉਹਨੇ ਕੀ ਕਰਨਾ ਹੈ? ਜਿਹੜੇ ਸਾਹਮਣੇ ਇੰਪੈਲਰ ਦੇ ਜਿਹੜੇ ਬਲੇਡਸ ਨੇ ਉਹਨਾਂ 'ਤੇ ਜਾ ਕੇ ਸਟਰਾਈਕ ਕਰਨਾ ਹੈ। ਜਦੋਂ ਉਹਨਾਂ 'ਤੇ ਜਾ ਕੇ ਸਟਰਾਈਕ ਕਰੇਗਾ ਉਹ ਵੀ ਨਾਲ ਘੁੰਮਣ ਲੱਗ ਪੈਣਗੇ। ਜਦੋਂ ਉਹ ਨਾਲ ਘੁੰਮਣ ਲੱਗ ਪੈਣਗੇ ਅਤੇ ਉਹਦੇ ਨਾਲ ਕੀ ਹੋਏਗਾ? ਸਾਡੇ ਟਰਾਂਸਮਿਸ਼ਨ ਸਿਸਟਮ ਨੂੰ ਪਾਵਰ ਜਾਣ ਲੱਗ ਪਊਗੀ। ਜਦੋਂ ਟਰਾਂਸਮਿਸ਼ਨ ਸਿਸਟਮ ਨੂੰ ਪਾਵਰ ਜਾਣ ਲੱਗ ਪਈ ਅਤੇ ਉਹਦਾ ਮਤਲਬ ਕੀ ਹੋਇਆ? ਪਾਵਰ ਸਾਡੀ ਅੱਗੇ ਟਰਾਂਸਮਿਟ ਹੋਣੀ ਸਟਾਰਟ ਹੋ ਗਈ। ਦੀ ਫਲੂਇਡ ਲੀਵਸ ਦੀ ਟਰਬਾਈਨ ਬਲੇਡ ਇਨ ਬੈਕਵਰਡ ਡਾਇਰੈਕਸ਼ਨ। ਅਤੇ ਜਿਹੜਾ ਫਲੂਇਡ ਅੰਦਰ ਅਸੀਂ ਯੂਜ਼ ਕਰਦੇ ਪਏ ਹਾਂ ਉਹ ਕੀ ਕਰੇਗਾ? ਜਦੋਂ ਬਲੇਡ ਨੂੰ ਛੱਡੇਗਾ ਅਤੇ ਉਲਟ ਡਾਇਰੈਕਸ਼ਨ ਦੇ ਵਿੱਚ ਛੱਡੇਗਾ, ਬੈਕਵਰਡ ਡਾਇਰੈਕਸ਼ਨ 'ਚ ਛੱਡੇਗਾ। ਨਾਓ ਦਿਸ ਫਲੂਇਡ ਡਾਇਰੈਕਸ਼ਨ ਇਜ਼ ਚੇਂਜ ਬਾਈ ਦੀ ਸਟੇਟਰ in favorable direction and so that the fluid may again strike the impeller in forward direction। ਕਹਿੰਦੇ ਕੀ ਹੋਇਆ? ਜਦੋਂ ਫਲੂਇਡ ਜਿਹੜਾ ਸੀਗਾ ਉਹਨੇ ਟਰਬਾਈਨ ਬਲੇਡ ਨੂੰ ਟੱਚ ਕੀਤਾ, ਟਰਬਾਈਨ ਬਲੇਡ ਨੂੰ ਟੱਚ ਕਰਕੇ ਉਹ ਗਿਆ ਸਟੇਟਰ ਦੇ ਵਿੱਚ। ਇੱਕ ਸਟੇਟਰ ਸਟੇਸ਼ਨਰੀ ਪਾਰਟ ਸੀਗਾ, ਉਹ ਸਟੇਟਰ 'ਚ ਜਾ ਕੇ ਸਟਰਾਈਕ ਕੀਤਾ। ਸਟੇਟਰ ਨੇ ਕੀ ਕੀਤਾ? ਉਹਨੂੰ ਫੇਵਰੇਬਲ ਡਾਇਰੈਕਸ਼ਨ ਦੇ ਵਿੱਚ ਮੋੜ ਦਿੱਤਾ। ਫੇਵਰੇਬਲ ਡਾਇਰੈਕਸ਼ਨ ਦੇ ਵਿੱਚ ਮੋੜਨ ਦਾ ਮਤਲਬ ਕੀ ਹੈ? ਵੀ ਜਿੱਧਰ ਇੰਪੈਲਰ ਦੇ ਬਲੇਡ ਸੀਗੇ ਨਾ, ਆਪਾਂ ਤੇਲ ਨੂੰ ਉੱਧਰ ਲੈ ਕੇ ਜਾਣਾ ਸੀਗਾ, ਬਟ ਟਰਬਾਈਨ ਤੇਲ ਨੂੰ ਉੱਧਰ ਨਹੀਂ ਭੇਜ ਪਾਈ। ਫਿਰ ਉਹਦੇ ਲਈ ਉਹਨਾਂ ਨੇ ਕੀ ਕੀਤਾ? ਵਿੱਚ ਸਟੇਟਰ ਯੂਜ਼ ਕੀਤਾ। ਉਹ ਸਟੇਟਰ ਨੇ ਕੀ ਕੀਤਾ? ਉਹ ਤੇਲ ਦਾ ਮੂੰਹ ਜਿਹੜਾ ਸੀਗਾ ਉਹ ਮੋੜ ਦਿੱਤਾ ਇੰਪੈਲਰ ਵਾਲੇ ਪਾਸੇ। ਇੰਪੈਲਰ ਵਾਲੇ ਪਾਸੇ ਕਿਉਂ ਮੋੜ ਦਿੱਤਾ? ਉਹ ਕਹਿੰਦੇ ਜੇ ਇੰਪੈਲਰ ਦੇ ਉੱਤੇ ਜਾ ਕੇ ਤੇਲ ਸਟਰਾਈਕ ਕਰੇਗਾ ਫਿਰ ਹੀ ਸਾਡੀ ਗੱਡੀ ਨੇ ਚੱਲਣਾ ਹੈ, ਫਿਰ ਹੀ ਟਾਰਕ ਕਨਵਰਟਰ ਨੇ ਕੰਮ ਕਰਨਾ ਹੈ। ਇਸ ਕਰਕੇ ਤੇਲ ਨੂੰ ਕਿੱਧਰ ਮੋੜਨਾ ਹੈ? ਇੰਪੈਲਰ ਵਾਲੇ ਪਾਸੇ। ਜਿੰਨਾ ਤੇਲ ਇੰਪੈਲਰ 'ਚ ਜਾ ਕੇ ਸਟਰਾਈਕ ਕਰੇਗਾ ਓਨੀ ਚੰਗੀ ਤਰ੍ਹਾਂ ਸਾਡਾ ਟਾਰਕ ਕਨਵਰਟਰ ਕੰਮ ਕਰੇਗਾ। ਅਗੇਨ ਦੀ ਇੰਪੈਲਰ ਥਰੋਜ਼ ਦੀ ਫਲੂਇਡ ਇਨਟੂ ਦੀ ਟਰਬਾਈਨ ਐਟਸ ਇਟਸ ਆਊਟਰ ਸਾਈਡ। ਫਿਰ ਕੀ ਹੋਇਆ? ਇੰਪੈਲਰ ਨੇ ਘੁੰਮ ਕੇ ਕੀ ਕੀਤਾ? ਤੇਲ ਨੂੰ ਦੁਬਾਰਾ ਟਰਬਾਈਨ ਵਾਲੀ ਸਾਈਡ 'ਤੇ ਸੱਟਿਆ। ਦਿਸ ਗੋਜ਼ ਔਨ ਰਿਪੀਟਡਲੀ। ਅਤੇ ਇਹ ਲਗਾਤਾਰ ਚੱਲਦਾ ਗਿਆ ਚੱਲਦਾ ਗਿਆ ਚੱਲਦਾ ਗਿਆ। ਬਿਕੋਜ਼ ਆਫ ਦਿਸ, ਇਹਦੇ ਕਰਕੇ ਕੀ ਹੋਇਆ? ਦੀ ਟਾਰਕ ਆਫ ਦੀ ਟਰਬਾਈਨ ਇਜ਼ ਇੰਕਰੀਜ਼ਡ। ਜਿਹੜੀ ਟਰਬਾਈਨ ਦੀ ਟਾਰਕ ਸੀਗੀ ਉਹ ਇੰਕਰੀਜ਼ ਕਰ ਗਈ। ਹੈਂਸ ਵੀ ਗੈਟ ਹਾਇਰ ਟਾਰਕ ਐਟ ਦੀ ਆਊਟਪੁੱਟ ਸ਼ਾਫਟ। ਇਹਦੇ ਨਾਲ ਕੀ ਹੋਇਆ? ਸਾਨੂੰ ਜਿਹੜੀ ਆਊਟਪੁੱਟ ਸ਼ਾਫਟ 'ਤੇ ਟਾਰਕ ਮਿਲੀ ਉਹ ਜ਼ਿਆਦਾ ਮਿਲੀ। ਉਹਦੇ 'ਚ ਕੀ ਸੀਗਾ? ਫਲੂਇਡ ਫਲਾਈਵੀਲ ਦੇ ਵਿੱਚ ਕੀ ਸੀਗਾ? ਇੱਕ ਇੰਪੈਲਰ ਸੀਗਾ, ਇੱਕ ਟਰਬਾਈਨ ਸੀਗੀ। ਟਰਬਾਈਨ 'ਚੋਂ ਤੇਲ ਨਿਕਲਦਾ ਸੀਗਾ, ਇੰਪੈਲਰ ਵੱਲ ਜਾਂਦਾ ਸੀਗਾ, ਇੰਪੈਲਰ ਘੁੰਮਦਾ ਸੀਗਾ। ਇਹਦੇ 'ਚ ਕੀ ਹੈ? ਇਹਦੇ 'ਚ ਟਰਬਾਈਨ 'ਚੋਂ ਤੇਲ ਨਿਕਲੇਗਾ, ਸਟੇਟਰ 'ਚ ਜਾਏਗਾ, ਸਟੇਟਰ 'ਤੇ ਸਟਰਾਈਕ ਕਰਕੇ ਫਿਰ ਜਾਊਗਾ ਇੰਪੈਲਰ ਵੱਲ, ਇੰਪੈਲਰ ਤੋਂ ਵਾਪਸ ਆਊਗਾ ਟਰਬਾਈਨ ਵੱਲ, ਟਰਬਾਈਨ ਤੋਂ ਫਿਰ ਸਟੇਟਰ, ਸਟੇਟਰ ਕੀ ਕਰੇਗਾ? ਫਿਰ ਉਹਨੂੰ ਇੰਪੈਲਰ 'ਚ ਵਾੜ ਦੇਗਾ। ਮਤਲਬ ਇੱਕ ਪ੍ਰੋਸੈਸ ਜਿਹੜਾ ਉਹ ਲਗਾਤਾਰ ਚੱਲਦਾ ਰਹੇਗਾ ਵੀ ਟਰਬਾਈਨ ਤੋਂ ਸਟੇਟਰ, ਸਟੇਟਰ ਤੋਂ ਇੰਪੈਲਰ, ਇੰਪੈਲਰ ਨੇ ਚੱਕ ਕੇ ਫਿਰ ਟਰਬਾਈਨ ਵੱਲ ਮਾਰਿਆ ਆਪਣੀ ਸਪੀਡ 'ਤੇ, ਟਰਬਾਈਨ ਨੇ ਫਿਰ ਉਹ ਸਟੇਟਰ ਨੂੰ ਦੇ ਦਿੱਤਾ, ਸਟੇਟਰ ਨੇ ਫਿਰ ਇੰਪੈਲਰ ਨੂੰ ਦੇ ਦਿੱਤਾ। ਇੱਦਾਂ ਕੀ ਹੋਇਆ? ਟਾਰਕ ਮਲਟੀਪਲਾਈ ਹੋ ਗਈ। ਮੰਨ ਲਓ ਕੋਈ ਇੱਕ ਬੋਲ ਹੈ, ਤੁਸੀਂ ਬੋਲ ਕਿਸੇ ਨੂੰ ਮਾਰਦੇ ਹੋ, ਠੀਕ ਹੈ, ਉਹ ਅੱਗੋਂ ਬੋਲ ਪਕੜਦਾ ਉਹ ਤੁਹਾਨੂੰ ਹੋਰ ਤੇਜ਼ ਮਾਰਦਾ, ਤੁਸੀਂ ਫਿਰ ਬੋਲ ਪਕੜੋਗੇ ਉਹਨੂੰ ਹੋਰ ਤੇਜ਼ ਮਾਰਨ ਦੀ ਕੋਸ਼ਿਸ਼ ਕਰੋਗੇ, ਇੱਦਾਂ ਹੀ ਕਰੋਗੇ। ਉੱਦਾਂ ਹੀ ਕੀ ਹੋਇਆ ਵੀ ਟਰਬਾਈਨ ਨੇ ਚੱਕ ਕੇ ਇੰਪੈਲਰ ਨੂੰ ਤੇਲ ਮਾਰਿਆ, ਠੀਕ ਹੈ, ਇੰਪੈਲਰ ਨੇ ਕੀ ਕੀਤਾ? ਵਾਪਸ ਟਰਬਾਈਨ ਨੂੰ ਮਾਰਿਆ ਸਪੀਡ 'ਤੇ। ਟਰਬਾਈਨ ਨੇ ਕੀ ਕੀਤਾ? ਫਿਰ ਦੁਬਾਰਾ ਉਹ ਸਟੇਟਰ ਨੂੰ ਤੇਲ ਦਿੱਤਾ, ਸਟੇਟਰ ਨੇ ਕੀ ਕੀਤਾ? ਇੰਪੈਲਰ ਵੱਲ ਉਹਦਾ ਮੂੰਹ ਕਰਤਾ, ਇੰਪੈਲਰ ਤੋਂ ਫਿਰ ਟਰਬਾਈਨ 'ਚ ਗਿਆ, ਫਿਰ ਟਰਬਾਈਨ ਨੇ ਫਿਰ ਸਟੇਟਰ ਨੂੰ ਦਿੱਤਾ, ਸਟੇਟਰ ਨੇ ਫਿਰ ਇੰਪੈਲਰ ਨੂੰ ਦਿੱਤਾ। ਮਤਲਬ ਇੱਦਾਂ ਨਾ ਟਾਰਕ ਮਲਟੀਪਲਾਈ ਹੁੰਦੀ ਗਈ, ਠੀਕ ਹੈ, ਇੱਦਾਂ ਟਾਰਕ ਮਲਟੀਪਲੀਕੇਸ਼ਨ ਹੁੰਦੀ ਗਈ। ਫਲੂਇਡ ਫਲਾਈਵੀਲ ਦੇ ਵਿੱਚ ਟਾਰਕ ਮਲਟੀਪਲੀਕੇਸ਼ਨ ਨਹੀਂ ਸੀ ਹੁੰਦੀ ਕਿਉਂਕਿ ਉੱਥੇ ਇੰਪੈਲਰ ਨੂੰ ਸਟਰਾਈਕ ਕਰਕੇ ਕੰਮ ਖਤਮ ਸੀਗਾ। ਇੱਥੇ ਕੀ ਹੈ? ਇੱਥੇ ਰਿਪੀਟ ਹੁੰਦਾ ਪਿਆ ਸਾਈਕਲ, ਸਾਈਕਲ ਰਿਪੀਟ ਹੋਣ ਦੇ ਨਾਲ ਕੀ ਹੁੰਦਾ ਪਿਆ? ਮਤਲਬ ਟਾਰਕ ਵੱਧਦੀ ਪਈ ਹੈ, ਠੀਕ ਹੈ। ਇਹਦੇ ਨਾਲ ਕੀ ਆਪਾਂ ਨੂੰ ਟਾਰਕ ਜਿਹੜੀ ਮਿਲੇਗੀ ਉਹ ਹਾਈਅਰ ਟਾਰਕ ਮਿਲੇਗੀ ਆਊਟਪੁੱਟ ਸ਼ਾਫਟ 'ਤੇ। ਵੈਨ ਦੀ ਟਰਬਾਈਨ ਸਪੀਡ ਇਜ਼ ਹਾਈ, ਜਦੋਂ ਟਰਬਾਈਨ ਦੀ ਸਪੀਡ ਹਾਈ ਹੋਏਗੀ, ਦੀ ਫਲੂਇਡ
goes straight to impeller from turbine without reflected by stator due to its high speed। ਕਹਿੰਦੇ ਜਦੋਂ ਟਰਬਾਈਨ ਹਾਈ ਸਪੀਡ ਤੇ ਘੁੰਮਣ ਲੱਗ ਪਏਗੀ ਉਦੋਂ ਕੀ ਹੋਣਾ ਹੈ, ਉਦੋਂ ਤੇਲ ਨੇ ਨਾ ਸਟੇਟਰ ਦੇ ਵਿੱਚ ਨਹੀਂ ਜਾਣਾ, ਸਟੇਟਰ ਨੂੰ ਸਟਰਾਈਕ ਨਹੀਂ ਕਰਨਾ, ਸਟੇਟਰ ਨੂੰ ਬਿਨਾਂ ਸਟਰਾਈਕ ਕੀਤੇ, ਸਟੇਟਰ ਨੂੰ ਬਿਨਾਂ ਟੱਚ ਕੀਤੇ ਉਹਨੇ ਸਿੱਧਾ ਹੀ ਲੰਘ ਜਾਣਾ। ਠੀਕ ਹੈ, ਜਦੋਂ ਗੱਡੀ ਆਪਣੀ ਫੁੱਲ ਸਪੀਡ 'ਤੇ ਹੋਏਗੀ, ਟਰਬਾਈਨ ਦੀ ਸਪੀਡ ਹਾਈ ਹੋਏਗੀ, ਜਿਹੜਾ ਫਲੂਇਡ ਹੈ ਉਹ ਸਿੱਧਾ ਇੰਪੈਲਰ ਦੇ ਵਿੱਚ ਜਾਊਗਾ, ਉਹ ਸਟੇਟਰ ਦੇ ਵਿੱਚ ਨਹੀਂ ਜਾਊਗਾ, ਸਟੇਟਰ 'ਚ ਨਹੀਂ ਰਿਫਲੈਕਟ ਹੋਏਗਾ। ਕਿਉਂ? ਕਿਉਂਕਿ ਹਾਈ ਸਪੀਡ ਹੈ, ਸਪੀਡ ਹੀ ਇੰਨੀ ਵੱਧ ਗਈ ਉਹਨੂੰ ਸਟੇਟਰ ਵੱਲ ਜਾਣ ਦੀ ਲੋੜ ਨਹੀਂ ਪਈ। ਐਟ ਦਿਸ ਸਟੇਜ ਦੀ ਟੋਰਕ ਮਲਟੀਪਲੀਕੇਸ਼ਨ ਫੈਕਟਰ ਇਜ਼ ਡਿਕਰੀਜ਼ਡ। ਇਸ ਟਾਈਮ 'ਤੇ ਆ ਕੇ ਕੀ ਹੋਏਗਾ, ਟੋਰਕ ਜਿਹੜਾ ਟੋਰਕ ਮਲਟੀਪਲੀਕੇਸ਼ਨ ਫੈਕਟਰ ਹੈ ਉਹ ਘੱਟ ਜਾਊਗਾ, ਮਤਲਬ ਟੋਰਕ ਘੱਟ ਗਈ, ਟੋਰਕ ਮਲਟੀਪਲਾਈ ਨਹੀਂ ਹੋਈ, ਇਹਦਾ ਮਤਲਬ ਟੋਰਕ ਘੱਟ ਗਈ। ਐਂਡ ਇਟ ਇਜ਼ ਆਲਮੋਸਟ 1, ਤੇ ਕਿੰਨਾ ਹੋ ਜਾਏਗਾ, 1 ਹੋ ਜਾਏਗਾ। ਜਿੰਨੀ ਟੋਰਕ ਪਿੱਛੋਂ ਆਈ ਓਨੀ ਟੋਰਕ ਅੱਗੇ ਚਲੇਗੀ। ਵੈਨ ਦੀ ਟਰਬਾਈਨ ਸਪੀਡ ਇਜ਼ ਇਕੁਅਲ ਟੂ ਇੰਪੈਲਰ ਸਪੀਡ। ਜਦੋਂ ਟਰਬਾਈਨ ਦੀ ਸਪੀਡ ਇੰਪੈਲਰ ਦੀ ਸਪੀਡ ਦੇ ਬਰਾਬਰ ਹੋ ਗਈ ਉਦੋਂ ਜਿਹੜੀ ਟੋਰਕ ਮਲਟੀਪਲੀਕੇਸ਼ਨ ਫੈਕਟਰ ਹੈ ਉਹ 1 ਰਹਿ ਜਾਏਗਾ। 1 ਕਿਉਂ ਰਹਿ ਗਿਆ? ਕਿਉਂਕਿ ਟਰਬਾਈਨ ਦੀ ਸਪੀਡ ਵੱਧ ਗਈ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਹਾਇਰ ਗੇਅਰ ਦੇ ਵਿੱਚ ਹਾਈ ਟੋਰਕ ਦੀ ਲੋੜ ਨਹੀਂ ਹੁੰਦੀ, ਹਾਇਰ ਗੇਅਰ ਦੇ ਵਿੱਚ ਸਾਨੂੰ ਹਾਈ ਸਪੀਡ ਦੀ ਲੋੜ ਹੁੰਦੀ ਹੈ। ਹਾਈ ਸਪੀਡ ਕਿੱਦਾਂ ਪੋਸੀਬਲ ਹੈ? ਹਾਈ ਸਪੀਡ ਸਿਰਫ ਤੇ ਸਿਰਫ ਪੋਸੀਬਲ ਹੈ ਜਦੋਂ ਅਸੀਂ ਟੋਰਕ ਨੂੰ ਘਟਾਉਂਦੇ ਹਾਂ। ਟੋਰਕ ਘਟੀ ਕਿੱਦਾਂ? ਜਦੋਂ ਆਪਣੀ ਟਰਬਾਈਨ ਤੇਜ਼ ਸਪੀਡ 'ਤੇ ਘੁੰਮਣ ਲੱਗ ਪਈ, ਤੇਲ ਸਟੇਟਰ ਵੱਲ ਗਿਆ ਹੀ ਨਹੀਂ। ਜੇ ਉਹ ਸਟੇਟਰ ਵੱਲ ਜਾਂਦਾ ਫਿਰ ਹੀ ਟੋਰਕ ਮਲਟੀਪਲਾਈ ਹੋਣੀ ਸੀਗੀ, ਹੁਣ ਤਾਂ ਉਹ ਸਿੱਧਾ ਇੰਪੈਲਰ 'ਚ ਚਲਾ ਗਿਆ। ਇੱਕ ਤਰ੍ਹਾਂ ਫਲੂਇਡ ਫਲਾਈ ਵੀਲ ਵਾਂਗੂ ਕੰਮ ਕਰਨ ਲੱਗ ਪਿਆ ਹਾਈ ਸਪੀਡ 'ਤੇ। ਜਦੋਂ ਫਲੂਇਡ ਫਲਾਈ ਵੀਲ 'ਤੇ ਵਾਂਗੂ ਕੰਮ ਕਰਨ ਲੱਗ ਪਿਆ ਅਤੇ ਉਹਦੀ ਟੋਰਕ ਮਲਟੀਪਲੀਕੇਸ਼ਨ ਕਿੰਨੀ ਹੋ ਗਈ? 1 ਹੋ ਗਈ। ਮਤਲਬ ਟੋਰਕ ਜਿਹੜੀ ਹੈ ਉਹ ਉਨੀ ਹੀ ਅੱਗੇ ਟਰਾਂਸਮਿਟ ਹੋਈ ਜਿੰਨੀ ਇੰਜਨ ਨੇ ਪੈਦਾ ਕੀਤੀ। ਸੋ ਇਹ ਸੀਗਾ ਤੁਹਾਡਾ ਅੱਜ ਦਾ ਟੌਪਿਕ ਜਿਹਦੇ 'ਚ ਅਸੀਂ ਸਟੱਡੀ ਕੀਤਾ ਟੋਰਕ ਕਨਵਰਟਰ। ਬਾਕੀ ਅਸੀਂ ਨੈਕਸਟ ਲੈਕਚਰ ਕਰਾਂਗੇ।